ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵੈ ਤ੍ਰਿਗ ਸਨੇਹੰ ਬੰਤਾ ਬਿਲਾਸ ਸੁਤੈ ਤ੍ਰਿਗ ਸਨੇਹੰ ਗ੍ਰਿਹਾਰਥ ਕੈ ਸਾਧ ਸੰਗ ਸਨੇਹ ਸਤਯੰਗ ਸੁਖਯੰਗ ਬਸਤ ਨਾਨਕੈ। ਗੁਰਸਿੱਖੋ, ਗੁਰਬਾਣੀ ਨੂੰ ਡੂੰਘਾਈ ਤੱਕ ਜਾ ਕੇ ਜੇ ਨਾ ਸਮਝਿਆ ਜਾਏ ਤੇ ਕਈ ਵਾਰੀ ਸਾਡੇ ਤੋਂ ਅਰਥਾਂ ਦਾ ਅਨਰਥ ਹੋ ਜਾਂਦਾ ਹੈ, ਕਿਉਂਕਿ ਗੁਰਬਾਣੀ ਬਹੁਤ ਗੁੱਝੀ ਰਮਜ ਹੈ। ਗੁਰਬਾਣੀ ਬਹੁਤ ਗੁੱਝੀ ਰਮਜ 'ਚ ਹੈ ਤੇ ਜਿਵੇਂ ਜਿਵੇਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹੀਏ ਨਾ, ਤੇ ਉਹ ਮਾਲਕ ਆਪ ਮਿਹਰ ਕਰਕੇ ਸਿਰ ਹੱਥ 'ਤੇ ਰੱਖ ਕੇ ਫਿਰ ਆਪੇ ਹੀ ਸਾਰੀਆਂ ਰਮਜਾਂ ਖੋਲ੍ਹਦਾ ਹੈ, ਕਿਉਂਕਿ ਗੁਰੂ ਉਹ ਆਪ ਹੀ ਹੈ। ਵੇਖੋ ਨਾ, ਗੁਰਬਾਣੀ ਕਿੱਥੋਂ ਆਈ? ਪਰਮਾਤਮਾ ਤੋਂ। ਜਰੀਆ ਕੌਣ ਬਣੇ? ਗੁਰੂ ਭਗਤ, ਜਿਹੜੇ ਉਹਦੇ ਪੁੱਤਰ ਸਨ। ਤੇ ਉਹ ਗੁਰਬਾਣੀ ਆਈ ਉਸ ਅਕਾਲ ਪੁਰਖ ਤੋਂ, ਉਹ ਗੁਰੂ ਹੋ ਗਿਆ ਨਾ ਫਿਰ, ਤੇ ਆਈ ਜਰੀਆ ਬਣੇ ਵਿੱਚ ਜਿਹੜੇ ਉਹਦੇ ਪੁੱਤਰ ਸਨ, ਅਵਤਾਰ, ਗੁਰੂ, ਭਗਤ, ਉਹ ਵੀ ਗੁਰੂ ਹੋ ਗਏ ਨਾ ਫਿਰ, ਤੇ ਗੁਰਬਾਣੀ ਵੀ ਗੁਰੂ ਹੋ ਗਈ। ਹੁਣ ਆਪਾਂ ਆਨੇ ਆ ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ ਗੁਰੂ ਹੈ ਨਾ, ਤੇ ਆਈ ਕਿਹਨਾਂ ਦੇ ਜਰੀਏ? ਗੁਰੂਆਂ ਦੇ ਜਰੀਏ, ਫਿਰ ਉਹ ਵੀ ਗੁਰੂ ਹੋ ਗਏ। ਤੇ ਆਈ ਕਿੱਥੋਂ? ਅਕਾਲ ਪੁਰਖ ਤੋਂ, ਫਿਰ ਉਹ ਗੁਰੂ ਹੋ ਗਿਆ ਨਾ। ਫਿਰ ਭਾਵੇਂ ਥੱਲਿਓਂ ਉਤਾਂ ਨੂੰ ਟੁਰ ਜਾਓ ਤੇ ਭਾਵੇਂ ਉੱਤੋਂ ਥੱਲੇ ਨੂੰ ਆ ਜਾਓ, ਗੱਲ ਹੋਣੀ ਹੋਈ ਹੈ। ਬਾਣੀ ਗੁਰੂ, ਉਹ ਸੁਨੇਹੀਏ ਗੁਰੂ ਜਿਹੜੇ ਪਰਮਾਤਮਾ ਦਾ ਸੁਨੇਹਾ ਲੈ ਕੇ ਆਏ, ਜਿਨ੍ਹਾਂ ਨੂੰ ਪਰਮਾਤਮਾ ਆਪ ਘੱਲਿਆ ਆਪਣੇ ਪੁੱਤਰ ਬਣਾ ਕੇ, ਉਹ ਔਰ ਜਿਹਨੇ ਦਿੱਤੀ ਉਹ, ਇਹ ਤਿੰਨੇ ਗੁਰੂ ਹੋ ਗਏ। ਗੁਰਸਿੱਖੋ, ਜਿਵੇਂ ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਔਰ ਜੀਵਨ ਜਾਚ, ਫਿਰ ਸਾਨੂੰ ਸ਼ੱਕ ਹੋਵੇਗਾ ਜੇ ਪੂਰੀ ਤਰ੍ਹਾਂ ਬਾਣੀ ਨਾ ਸਮਝੀਏ ਵੀ ਇਹ ਕਿੱਧਰ ਦੀ ਜੀਵਨ ਜਾਚ ਹੈ। ਤਿਰਕਾਰ ਯੋਗ ਹੈ ਮਾਤਾ ਪਿਤਾ ਦਾ ਸਨੇਹ, ਤਿਰਕਾਰ ਯੋਗ ਹੈ ਭਰਾ ਤੇ ਸੰਬੰਧੀਆਂ ਦਾ ਸਨੇਹ, ਤਿਰਕਾਰ ਯੋਗ ਹੈ ਆਪਣਾ ਔਰਤ ਔਰ ਪੁੱਤਰ ਦਾ ਸਨੇਹ, ਤਿਰਕਾਰ ਯੋਗ ਹੈ ਗ੍ਰਸਤ ਦੀ ਮਾਇਆ ਦਾ ਸਨੇਹ, ਤੇ ਤਿਰਕਾਰ ਯੋਗ ਕੀ ਨਹੀਂ, ਸਾਧ ਸੰਗ ਸਨੇਹ। ਹੁਣ ਸਾਧ ਸੰਗਤ, ਸਾਧ ਦੇ ਸੰਗ, ਇੱਥੇ ਜੇ ਬਹੁਤੀ ਡੂੰਘਾਈ ਨਾਲ ਸੋਚੀਏ ਤੇ ਸਾਧ ਸੰਗ, ਸਾਧ ਉਸ ਮਾਲਕ ਨੂੰ, ਉਸ ਪਰਮਾਤਮਾ ਨੂੰ ਕਿਹਾ।
ਜਿਵੇਂ ਆਪਣਾ ਉਹਦੀ ਸਮਾਧੀ ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਹੈ, ਪੂਰੇ ਬ੍ਰਹਮਾਂਡ ਵਿੱਚ ਹੈ, ਜਲ ਵਿੱਚ ਵੀ ਤੇ ਥਲ ਵਿੱਚ ਵੀ ਹੈ। ਆਸਣ ਲੋਏ ਲੋਏ ਭੰਡਾਰ, ਸਾਡੇ ਅੰਦਰ ਵੀ ਉਹਦੇ ਆਸਣ ਲੱਗਾ ਹੋਇਆ ਤੇ ਲੋਕਾਂ ਲੋਕਾਂ ਤੇ ਲੋਕਾਂ ਤੇ ਉਹਦਾ ਆਸਣ ਹੈ। ਆਸਣ ਫਿਰ ਸਾਧੂ ਹੀ ਲੈਂਦੇ ਨੇ, ਆਸਣ ਲਾ ਕੇ ਭਗਤੀ ਕਰਦੇ ਨੇ ਨਾ, ਇਹਨੂੰ ਸਮਝਣ ਦੀ ਲੋੜ ਹੈ। ਸਾਧ ਸੰਗ ਸਨੇਹ ਸਤਯੰ ਸੁਖਯੰ ਬਸੰਤ ਨਾਨਕ, ਸਾਧ ਸੰਗ ਸਨੇਹ ਇਹ ਸੱਚਾ ਹੈ, ਇਹ ਸਤਿਆ ਹੈ। ਸੁਖੰ ਬਸੰਤ ਨਾਨਕੇ, ਆਨੰਦ ਨਾਲ ਵਸੀਦਾ ਹੈ। ਫਿਰ ਇਹ ਆਪਣੇ ਜ਼ਿੰਮੇਦਾਰੀਆਂ ਤੋਂ ਤੇ ਭੱਜਣ ਦੀ, ਇੰਝ ਲੱਗਦਾ ਜਿਵੇਂ ਆਪਣੇ ਜ਼ਿੰਮੇਦਾਰੀਆਂ ਤੋਂ ਭੱਜਣ ਦੀ। ਵੈਸੇ ਪਿਛਲੀ ਕਥਾ 'ਚ ਮੈਂ ਬੜੀ, ਜਿੰਨੀ ਮੇਰੀ ਸਮਰੱਥਾ ਸੀ ਮੈਂ ਕਾਫੀ ਸਮਝਾਉਣ ਦੀ, ਦੱਸਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪਣੀ ਸਮਰੱਥਾ ਅਨੁਸਾਰ ਹੀ ਦੱਸਣਾ ਹੈ ਨਾ, ਜਿੰਨੀ ਕੁ ਮੇਰੇ ਉਸ ਮਾਲਕ ਨੇ ਸਮਰੱਥਾ ਬਖਸ਼ੀ ਹੈ। ਹੁਣ ਇਸ ਤੋਂ ਪਿਛਲਾ ਵੀ ਸ਼ਬਦ ਇਹ ਹੀ ਹੈ, ਕਚੰਤ ਮਾਤਾ ਕਚੰਤ ਪਿਤਾ, ਕਚੰਤ ਬੰਤਾ ਬਿਨੋਦ ਸੁਤੈ। ਕਿੱਥੇ ਗਏ ਚਲੇ ਜਾਂਦੇ ਨੇ ਮਾਤਾ ਪਿਤਾ, ਇਸਤਰੀ ਤੇ ਪੁੱਤਰ। ਕਚੰਤ ਭਰਾਤ ਮੀਤ ਹਿਤ ਬੰਧਵੈ, ਕਚੰਤ ਮੋਹ ਕੁਟੁੰਬਿਆ ਤੇ, ਕਚੰਤ ਚਪਲ ਮੋਹਣੀ ਰੁਪਯੰ, ਵੇਖਯੰ ਤੇ ਤਿਆਗੰ ਕ੍ਰੋਧ। ਕਿੱਥੇ ਚਲੇ ਜਾਂਦੇ ਹਨ? ਭਰਾ ਮਿੱਤਰ, ਉਹਨਾਂ ਦਾ ਹਿੱਤ, ਉਹਨਾਂ ਦਾ ਪਿਆਰ ਤੇ ਕੁਟੁੰਬ ਦਾ ਮੋਹ, ਇਹ ਸਾਰੇ ਕਿੱਥੇ ਚਲੇ ਜਾਂਦੇ ਨੇ? ਕਿੱਥੇ ਚਲੀ ਜਾਂਦੀ ਏ ਚੰਚਲ, ਮਨ ਨੂੰ ਮੋਹ ਵਾਲਾ ਰੂਪ ਬਣਾਈ ਬੈਠੀ ਮਾਇਆ, ਕਿੱਥੇ ਚਲੀ ਜਾਂਦੀ ਏ? ਵੇਖਯੰਤੇ ਤਿਆਗੰ ਕ੍ਰੋਧ, ਵਹਿੰਦਿਆਂ ਵਹਿੰਦਿਆਂ ਹੀ ਤਿਆਗ ਜਾਂਦੀ ਹੈ। रहंत संग भगवान सिमरन, नानक लभ्यं अचत तनै। ਤੇ ਨਾਲ ਕੀ ਰਹਿੰਦਾ ਹੈ? ਪਰਮਾਤਮਾ ਦਾ ਚੇਤਾ ਰੱਖਣਾ। ਜਿਸ ਬੰਦੇ ਨੂੰ ਪਰਮਾਤਮਾ ਦਾ ਸਿਮਰਨ ਦਾ ਅਰਥ ਹੁੰਦਾ ਵੀ ਪਰਮਾਤਮਾ ਨੂੰ ਚੇਤਾ ਰੱਖਣਾ ਹਰ ਵਕਤ। ਪਰਮਾਤਮਾ ਜਿਹਨੂੰ ਚੇਤਾ ਰਹਿੰਦਾ ਹੈ ਨਾ, ਉਹ ਕਦੀ ਉਹਦੇ ਹੱਥੋਂ ਗਲਤ ਕੰਮ ਨਹੀਂ ਹੋ ਸਕਦਾ। ਗਲਤ ਕੰਮ ਕਰਨ ਬਾਰੇ ਉਹ ਸੋਚ ਹੀ ਨਹੀਂ ਸਕਦਾ, ਤੇ ਫਿਰ ਉਹੀ ਨਾਲ ਜਾਂਦਾ ਹੈ। ਪਰਮਾਤਮਾ ਦਾ ਚੇਤਾ ਰੱਖਣਾ, ਜਿਹਨੂੰ ਹਰ ਵਕਤ ਚੇਤਾ ਰੱਖਾਂਗੇ ਉਹ ਨਾਲ ਹੀ ਹੁੰਦਾ ਹੈ। ਇੱਥੇ ਗੱਲ ਸਿਮਰਨ ਤੋਤਾ ਰੱਟਣ ਦੀ ਨਹੀਂ ਹੈ, ਉਹਨੂੰ ਚੇਤਾ ਰੱਖਣਾ, ਉਹਨੂੰ ਯਾਦ ਰੱਖਣਾ, ਉਹਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਣਾ, ਇਹੀ ਨਾਲ ਜਾਂਦਾ ਹੈ। ਆਖਰੀ ਟਾਈਮ ਜਦੋਂ ਜਾਣਾ ਹੈ ਨਾ, ਇਹੀ ਚੀਜ਼ ਨਾਲ ਜਾਂਦੀ ਹੈ। ਇਹਦੇ 'ਚ ਜ਼ਿੰਮੇਦਾਰੀਆਂ ਤੋਂ ਭੱਜਣ ਵਾਲੀ ਕੋਈ ਗੱਲ ਨਹੀਂ। ਚੇਤਾ ਰਹੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਰਹੀਏ ਨਾ, ਅੱਗੇ ਅੱਗੇ ਪੜ੍ਹੀਏ, ਤੇ ਇਹਨਾਂ ਵੀ ਸਾਨੂੰ ਜਵਾਬ, ਇਹਨਾਂ ਅਰਥਾਂ ਦਾ ਵੀ ਸਾਨੂੰ ਆਪਣੇ ਆਪ ਹੀ ਮਿਲ ਜਾਂਦਾ ਹੈ।
ਕਿਵੇਂ ਮਿਲਦਾ ਹੈ? ਕਿਉਂਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਉਸ ਤੋਂ ਉਲਟ ਵੀ ਸ਼ਬਦ ਨੇ, ਉਹ ਫਿਰ ਪੂਰੀ ਸੋਚ ਸਾਨੂੰ ਸੂਝ ਦਿੰਦੇ ਨੇ। ਹੁਣ ਇਹ ਸ਼ਬਦ ਹੈ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ। ਜੇ ਉਹਨਾਂ ਨਾਲ ਬਿਲਕੁਲ ਮੋਹ ਤਰੋਣ ਦੀ ਗੱਲ ਕੀਤੀ ਹੁੰਦੀ ਨਾ ਗੁਰਬਾਣੀ ਨੇ, ਆਹ ਸ਼ਬਦ ਨਹੀਂ ਸੀ ਹੋਣਾ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਲੀਏ, ਹਰ ਕਰ ਦੀਏ। ਹੁਣ ਗੁਰਸਿੱਖੋ ਕਰ ਹਰਿਆਣਵੀ ਸ਼ਬਦ ਹੈ। ਕੋਈ ਪ੍ਰਾਹੁਣਾ ਆਵੇ ਨਾ, ਅਸੀਂ ਆਨੇ ਆ ਵੀ ਚਾਹ ਬਣਾ ਲਓ, ਇਹ ਪਤਾ ਕੀ ਆਂਦੇ ਨੇ? ਚਾਹ ਕਰ ਲਿਓ, रोटी कर लियो। प्राहुणे गेस्ट आए थे, हमने उनकी रोटी करी। असीं आंदे उन्होंने रोटी बनाई, आंदे ने करी। ते कर हरियाणवी शब्द है। दिए भी अगे हरियाणवी है। दिए ने तुसीं हिंदी भी कह सकते हो, पंजाबी तो दिते कहांगे ना, बना दिते। जे पंजाबी हिंदी तो बना दिते लिखिया होना सी। कर दिए, दिए भी हरियाणवी शब्द है। ये मैं तां कह रहा कि बाणी पढ़न लग्या सानू सौखा हो जाए, असीं होर किसी हिसाब नाल अर्थ ना कढ़ बईए कि जिहड़ा सानू अर्थ दा असीं अनर्थ ही कर दईए। हुण बाणी की आंदी है, माँ बाप पुत्र ये सब परमात्मा ने बनाए ने। दो बारी की है ये नहीं, पहली बार की है, दूजी बार कर दिए है। हुण किए भी हरियाणवी शब्द है। ते जिहड़ी चीज़ परमात्मा बनांदा है ना, ਉਹਨਾਂ ਨਾਲ ਮੋਹ ਤੋੜਨ ਦੀ ਗੱਲ ਨਹੀਂ ਹੁੰਦੀ। ਉਹ ਜਿਹੇ ਮੌਕੇ 'ਤੇ ਹੁੰਦੀ ਜੋ ਮੈਂ ਪਿਛਲੀ ਕਥਾ ਵਿੱਚ ਦੱਸ ਆਇਆ, ਜਾਂ ਕਿਸੇ ਦੇ ਚਲੇ ਜਾਣ ਤੋਂ ਬਾਅਦ ਇੰਨੇ ਅਸੀਂ ਦਲਦਲ ਵਿੱਚ, ਇੰਨੇ ਅਸੀਂ ਪਤਾਲ ਵਿੱਚ ਚਲੇ ਜਾਈਏ ਕਿ ਅਸੀਂ ਹੋਰਾਂ ਨੂੰ ਸੰਭਾਲੀਏ ਨਾ। ਉਦੋਂ ਪਿੱਛੇ ਵੀ ਪਰਿਵਾਰ ਹੁੰਦਾ ਹੈ। ਫਿਰ ਸਿਆਣੇ ਇਹੀ ਸਮਝਾਉਂਦੇ ਨੇ ਵੀ ਜਿਹੜੇ ਬਾਕੀ ਨੇ ਇਹਨਾਂ ਦਾ ਵੀ ਧਿਆਨ ਕਰ ਲੈ, ਜਿਹੜਾ ਟੁਰ ਗਿਆ ਉਹਦੇ ਨਾਲ ਹੀ ਟੁਰ ਜਾਣਾ ਹੀ, ਐਵੇਂ ਵੀ ਸਮਝਾਉਂਦੇ ਨੇ। ਅਤੇ ਫਿਰ ਉਹ ਵੀ ਤਰੀਕਾ ਹੁੰਦਾ ਹੈ ਜਿਹੜਾ ਸਾਡਾ, ਬਈ ਜਿਹੜਾ ਮੈਂ ਪਿਛਲੀ ਕਥਾ ਵਿੱਚ ਇੱਕ ਕਿਸੇ ਬਜ਼ੁਰਗ ਵੱਲੋਂ ਮੈਨੂੰ ਦੱਸੀ ਹੋਈ ਗੱਲ ਦਾ ਹਵਾਲਾ ਦੇ ਕੇ ਮੈਂ ਦੱਸਿਆ ਸੀ, ਸਾਡੇ 'ਚ ਵੀ ਚੱਲਦਾ ਜੀ। सबना को संबंध हर कर दिए। सबना नाल संबंध परमात्मा ने आप बनाए ने। फिर हमारा जोर सब रहो रहो, जिवें रहो का मतलब होंदा भी मुक गया। जिवें असीं आने ना भी आ ते बंदा उक्का रह गया, भी हुण आ गोडियां तो रह गया है, ਜਾਂ ਇਹ ਬਜ਼ੁਰਗ ਹੋ ਗਿਆ, ਇਹ ਹੁਣ ਰਹਿ ਗਿਆ ਤਾਂ ਮਤਲਬ ਵੀ ਇਹਦਾ ਜਿਹੜਾ ਨਾ ਉਹ ਜਵਾਨੀ ਵਾਲਾ ਕੰਮ ਉਹ ਖਤਮ ਹੋ ਗਿਆ, ਰਹਿ ਗਿਆ, ਯਾਨੀ ਕਿ ਕਮਜ਼ੋਰ ਹੋ ਗਿਆ। ਅਸੀਂ ਆਮ ਤੌਰ ਆਖ ਦਿੰਦੇ ਹਾਂ ਆਹ ਬਈ ਰਹਿ ਗਿਆ। ਹੁਣ ਆਮ ਹੀ ਅੱਜ ਕੱਲ੍ਹ ਗੋਡਿਆਂ ਦੀ ਵਗੈਰਾ ਦੀ ਹੈ, ਅਤੇ ਅਸੀਂ ਆਨੇ ਹਾਂ ਵੀ ਇਹ ਗੋਡਿਆਂ ਤੋਂ ਰਹਿ ਗਿਆ, ਵੀ ਮੈਂ ਤਾਂ ਗੋਡਿਆਂ ਤੋਂ ਰਹਿ ਗਿਆ। ਹੁਣ ਇਸ ਤਰ੍ਹਾਂ ਸਾਡਾ ਜ਼ੋਰ ਖਤਮ ਹੋਇਆ ਹੈ, ਸਾਡਾ ਜ਼ੋਰ ਨਹੀਂ ਚੱਲਦਾ ਉਸ ਪਰਮਾਤਮਾ ਅੱਗੇ। ਹਮਰਾ ਜ਼ੋਰ ਸਭ ਰਿਓ ਮੇਰੇ ਵੀਰ, ਹੇ ਮੇਰੇ ਭਾਈ, ਹੇ ਮੇਰੇ ਵੀਰ, ਹੇ ਮੇਰੇ ਭਰਾ,
ਸਾਡਾ ਜ਼ੋਰ ਖਤਮ ਹੋ ਗਿਆ। ਹੁਣ ਜ਼ੋਰ ਕਿਹਦਾ ਹੈ? ਹਰ ਕਾ ਤਨ ਮਨ ਸਭ ਹਰ ਕੇ ਬਸ ਸਰੀਰ। ਇਹ ਸਭ ਕੁਝ ਪਰਮਾਤਮਾ ਦਾ ਹੈ। ਇਹ ਸਭ ਕੁਝ ਪਰਮਾਤਮਾ ਦਾ ਹੈ। ਜੋ ਵੀ ਤਨ ਮਨ ਸਭ ਹਰ ਕੇ ਬਸ ਸਰੀਰ। ਇਹ ਮੇਰਾ ਸਰੀਰ ਵੀ ਪਰਮਾਤਮਾ ਦੇ ਬਸ ਹੈ। ਅੱਗੇ ਵੇਖੋ, ਭਗਤ ਜਨਾ ਕੋ ਸਰਦਾ ਆਪ ਹਰ ਲਾਈ। ਹੁਣ ਇਹਨੂੰ ਬੜਾ ਸਮਝਣ ਦੀ ਲੋੜ ਹੈ। ਜਿਹੜੇ ਪਰਮਾਤਮਾ ਦੇ ਭਗਤ ਹੁੰਦੇ ਨੇ ਨਾ, ਭਗਤ ਜਿਹੜੇ ਸਿਰਫ ਪਰਮਾਤਮਾ ਨੂੰ ਹੀ ਮੰਨਦੇ ਨੇ, ਉਹ ਸਾਰੇ ਭਗਤ ਹੀ ਹੁੰਦੇ ਨੇ। ਜਿਨ੍ਹਾਂ ਦੀ ਸ਼ਰਧਾ ਸਿਰਫ ਪਰਮਾਤਮਾ ਤੇ ਹੁੰਦੀ ਹੈ। ਭਗਤ ਦਾ ਅਰਥ ਹੈ ਉਹਦੇ ਹੋ ਕੇ ਰਹਿ ਜਾਣਾ। ਜਿਹੜੇ ਪਰਮਾਤਮਾ ਦੇ ਹੋ ਕੇ ਰਹਿ ਜਾਂਦੇ ਨੇ, ਉਹਨਾਂ ਨੂੰ ਸ਼ਰਧਾ ਪਰਮਾਤਮਾ, ਸਰਦਾ ਆਪ ਪਰਮਾਤਮਾ ਲਾਂਦਾ ਹੈ। ਹੁਣ ਵੇਖੋ, ਇੱਥੇ ਕਿਸੇ ਵਿਚੋਲੇ ਦੀ ਲੋੜ ਤੇ ਨਹੀਂ ਪਈ, ਕਿਸੇ ਗੁਰੂ ਦੀ ਲੋੜ ਤੇ ਨਹੀਂ ਪਈ। ਪਰਮਾਤਮਾ ਨੇ ਆਪ ਸ਼ਰਧਾ ਲਾ ਦੀ ਉਹਨਾਂ ਦੀ। ਕਿਹਦੇ ਵਿੱਚ? ਪਰਮਾਤਮਾ ਵਿੱਚ। ਪਰਮਾਤਮਾ ਨੇ ਆਪ ਹੀ ਆਪਣੇ ਨਾਲ ਜੋੜਨ ਦੀ ਸ਼ਰਧਾ ਉਹਨਾਂ 'ਚ ਆਪ ਲਾ ਦਿੱਤੀ। ਭਾਵੇਂ ਗੁਰੂਆਂ ਨੂੰ ਬਾਣੀ ਦੇ ਕੇ, ਭਾਵੇਂ ਬਾਣੀ ਦੇ ਕੇ, ਗੁਰਬਾਣੀ ਵੀ ਜੋ ਕੁਝ ਸਮਝਾਉਂਦੀ ਹੈ ਸਾਰਾ ਉਹ ਪਰਮਾਤਮਾ ਤੋਂ ਆਇਆ ਨਾ। ਤੇ ਜੇ ਪਰਮਾਤਮਾ ਗੁਰੂ ਹੈ ਤੇ ਫਿਰ ਉੱਥੇ ਗੁਰੂ ਪਰਮਾਤਮਾ ਆਪ ਹੀ ਹੋ ਨਿਬੜਦਾ ਹੈ। ਵਿਚੋਲਾ ਉਹ ਆਪ ਹੀ ਹੋ ਨਿਬੜਦਾ ਹੈ। ਕਿਸੇ ਤੀਸਰੇ ਵਿਚੋਲੇ ਦੀ ਲੋੜ ਨਹੀਂ ਰਹਿ ਜਾਂਦੀ। ਉਹਦੀ ਗੁਰਬਾਣੀ ਸਾਡੇ ਤੇ ਉਹਦੇ ਵਿੱਚ ਵਿਚੋਲਾ ਬਣਦੀ ਹੈ। ਸਾਡੇ ਤੇ ਉਸ ਮਾਲਕ ਦੇ ਵਿੱਚ ਉਹ ਆਪ ਹੀ ਵਿਚੋਲਾ ਬਣਦਾ ਹੈ, ਗੁਰੂਆਂ ਦੇ ਥਰੂ, ਗੁਰਬਾਣੀ ਦੇ ਥਰੂ। ਹੁਣ ਦੱਸੋ, ਪਰਮਾਤਮਾ ਨੇ ਕਿਸੇ ਜੀਅ ਨੂੰ ਆਪਣੇ ਨਾਲ ਮਿਲਾਣਾ ਹੈ। ਪਰਮਾਤਮਾ ਨੇ, ਉਸ ਵਾਹਿਗੁਰੂ ਨੇ, ਉਸ ਅਕਾਲ ਪੁਰਖ ਨੇ। ਉਹ ਫਿਰ ਕੋਈ ਗੁਰੂ ਲੱਭੇਗਾ ਵੀ ਕਿ ਮੈਂ ਗੁਰੂ ਲੱਭਾਂ ਕੋਈ ਤੇ ਇਸ ਜੀਅ ਨੂੰ ਆਪਣੇ ਨਾਲ ਮਿਲਾਵਾਂ? ਨਹੀਂ, ਉਹ ਆਪ ਹੀ ਮਿਲਾ ਲੈਂਦਾ, ਕਿਉਂਕਿ ਗੁਰੂ ਵੀ ਆਪ ਹੈ ਤੇ ਵਿਚੋਲਾ ਵੀ ਆਪ ਹੈ। ਵਿੱਚੇ ਗ੍ਰਸਤ ਉਦਾਸ ਰਹਾਈ। ਹੁਣ ਵੇਖੋ, ਜੇ ਗ੍ਰਸਤ ਤੋਂ ਤੋੜਨਾ ਹੁੰਦਾ ਤੇ ਇਹ ਸ਼ਬਦ ਨਾ ਹੁੰਦਾ। ਇਹ ਸ਼ਬਦ ਮੰਨ ਲਓ, ਉਸ ਸ਼ਬਦ ਦੀ ਇਹ ਸ਼ਬਦ ਸਮਝੋ ਕਿ ਖੰਡਨ ਕਰ ਰਿਹਾ ਹੈ, ਸਾਨੂੰ ਇਹ ਸਮਝ ਆਵੇਗਾ ਨਾ। ਜਾਂ ਇਸ ਸ਼ਬਦ ਦੀ ਉਹ ਸ਼ਬਦ ਖੰਡਨ ਕਰ ਰਿਹਾ। ਗੁਰਸਿੱਖੋ, ਖੰਡਨ ਨਹੀਂ ਹੈ, ਇਹ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਇਹਦਾ ਇਹ ਅਰਥ ਹੈ। ਇੱਕ ਗੱਲ ਹੋਰ, ਭੁੱਖ ਤ੍ਰੇ ਲਾਉਣ ਲਈ ਕਿਸੇ ਨੂੰ ਭੁੱਖ ਤੇ ਤ੍ਰੇ ਲਾਉਣ ਲਈ ਕੋਈ ਪ੍ਰੇਰਨਾ ਦੇਣ ਦੀ ਲੋੜ ਨਹੀਂ ਹੁੰਦੀ। ਕਿਸੇ ਤਰ੍ਹਾਂ ਦੀ ਭੁੱਖ ਸਿਰਫ ਰੋਟੀ ਦੀ ਨਹੀਂ ਹੁੰਦੀ, ਖਾਣੇ ਦੀ ਨਹੀਂ ਹੁੰਦੀ, ਤ੍ਰੇ ਸਿਰਫ ਪਾਣੀ ਦੀ ਨਹੀਂ ਹੁੰਦੀ। ਇਹ ਤ੍ਰਿਸ਼ਨਾ, ਭੁੱਖੇ ਤ੍ਰੇਵੇ, ਜਿਹੜੀ ਸਾਡੇ ਅੰਦਰ ਸਮੁੰਦਰ ਦੀ ਛੱਲਾਂ ਵਾਂਗੂ ਚੱਲ ਰਹੀ ਹੈ, ਜਿਹੜੀ ਸਭ ਦੇ ਅੰਦਰ ਬਹੁਤ ਪ੍ਰਬਲ ਹੈ। ਇਸ ਕਰਕੇ ਕੋਈ ਇੱਕ ਦਾ ਸ਼ਬਦ ਹੈ ਗੁਰਬਾਣੀ ਵਿੱਚ ਜਿਹੜਾ ਐਵੇਂ ਦੀ ਭੁੱਖ ਲਾਉਣ ਦੀ ਪ੍ਰੇਰਨਾ ਦਿੰਦਾ, ਇੱਕ ਦਾ। ਨਹੀਂ ਤੇ ਇਸ ਤ੍ਰੇ ਤੋਂ, ਇਸ ਭੁੱਖ ਤੋਂ ਹਟਾਉਣ ਦੀ ਹੀ ਪ੍ਰੇਰਨਾ ਦੇ ਸਾਰੇ ਸ਼ਬਦ ਨੇ। ਜਿਵੇਂ ਰਿਸ਼ਤੇਦਾਰਾਂ ਬਾਰੇ ਮੈਂ ਪਿੱਛੇ ਗਿਣਤੀ ਦੱਸੀ ਸੀ, ਹੁਣ ਮੈਨੂੰ ਜਿਹੜਾ ਨਹੀਂ ਜ਼ਬਾਨੀ ਚੇਤਾ, ਵੀ ਇੰਨੇ ਸ਼ਬਦ ਨੇ ਰਿਸ਼ਤੇਦਾਰਾਂ ਦੀ ਪ੍ਰਥਾ ਹੈ, 130 ਨੇ ਸ਼ਾਇਦ। ਉਹਦੇ ਵਿੱਚ
कोई दो कू या तीन ही शब्द ने जिहड़े जोड़न की प्रेरणा देंदे ने। सब यही प्रेरणा देंदे ने भी ये ज़्यादा मोह ते ममता ज़्यादा चंगी नहीं होंदी। गलत काम करता बंदा फिर उन्हां दी हर इच्छा पूरी करने वास्ते इन्ना मोह, उन्हां वास्ते हर पाप, हर तरह की रिश्वत। किन्नी रिश्वत चल रही है अज, की कारण है कि मैं इन्हों इन्ना खुश करना है, औरत नूं भी, फिर अपने जिहड़ा शरीर का मोह है, रज्जण का, खाण का, गड्डियां ते चढ़न का, इस तरह ही बाकी रिश्तेदार, भैन भरावां, बच्चों नाल सानू इस हद तक गिरा देंदा है। जे कोई चला जाए तो साडी अवस्था इन्नी खराब हो जाती है, असीं पताल चले जाने। साडी अवस्था कित्थे चली जाती? पताल च। चढ़दी कला च नहीं रह सकते ही, इन्ने टहदी कला चले जाने। कई तो छेती फिर अगां की तैयारी हो जाती है उन्होंने। इन्हां गल्लां तो रोकण वास्ते वो भाई गयां दे नाल नहीं कदी टुर जीदा। जे कोई तुहाडे ते खतरा बनदा है, घल्लूकारियां दे टाइम जिवें हुंदा सी, उस टाइम तू जफे नहीं मारने अपने परिवार नूं, तलवार फड़ के उन्हां दा सामना करना पहला। जे जिउंदा रह गया तो उस तो बाद जफे मार लिए इन्हां नूं। इवें दी प्रेरणा हुंदी है। हुण ये जिहड़े पंजे विकार ने ना, काम, क्रोध, लोभ, मोह ते हंकार, ये इन्हां दी भुख ते त्रे लाण वास्ते कोई शब्द नहीं बाणी विच। काम दे परथाए 200 शब्द ने बाणी विच। हुण काम साडे विच पहले इन्ना प्रबल है, वेंदे पे ना की कुछ होण डिया है। और हर समय हर जमाने में होया है, चाहे वो सतयुग है। सतयुग किसी समय का ना नहीं, ये साडी अवस्था का ना है। उस युग च भी जे कोई इस अवस्था जी रहा तो कलयुग जी रहा। तो अज वेख लो की हो रहा, रोज़ खबर सुनते हो, मेरे दसन की कोई लोड़ नहीं ना। इस भुख नूं घट करन लई ही सारे शब्द ने 200 दे 200। क्रोध वास्ते भी बड़े शब्द ने, वो गिनती नहीं मेरे को नोट। हुण दान की साडे बड़ी प्रथा सी, की कोई दान नहीं करते रहे? क्यों? क्योंकि पुजारी वर्ग ने सानू अपने पंजे विच फसाया होया सी। इन्नी दान की साडे अंदर प्रवृत्ति सी, इन्नी ये प्रवृत्ति साडे अंदर प्रबल सी, छला मारदी सी भी दान अन्नेवाही करना है। गुरसिखो दे बहुत गलत, वो अलग कथा करांगा मैं एक, वो किन्ने गलत रिजल्ट निकले ने। सारे पंजाब की, सारे हिंदुस्तान असां लोगों ने किन्ने कु सामंत पैदा कर दिते ने। मैं थोड़ा जिहा हिंट तुहानू दे दियां, उधरों सरकारां ते उधरों असी दानी किन्ने किन्ने वड्डे सामंत पैदा कर दिते ने। ते जदों इन्ने सामंत पैदा हो जाते ने, फिर मार्क्सवाद, लैनिनग्राद जे होएगा तो सब तो बड़ा हिंदुस्तान च होएगा, चेता रख ले। हुण दान दे परथाए 120 शब्द ने, सिर्फ 2 शब्द ने गुरबाणी दे जिहड़े दान की प्रेरणा करते हैं। एक शब्द ते प्रेरणा भी करता है, तो नाले भी आंदा है भी अकल नाल करो। अकली साहब सेवी है, सबनों पता ही है। दान अकल नाल करो। ये भी एक्सैस ऑफ एवरीथिंग इज बैड है। क्यों बई एडा भी तू क्रस्त ना हो जा भी दान मैं तो करना ही नहीं, तो अन्नेवाह नहीं करना।
ਉਹ ਜਿਹੜੇ 120 ਸ਼ਬਦ ਨੇ ਘੱਟ ਤੋਂ ਘੱਟ 90 ਤੋਂ ਉੱਤੇ ਸ਼ਬਦ ਨੇ ਜਿਹੜੇ ਦਾਨ ਦੇਣ ਦੀ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਦਾਨ ਦੇਣ ਤੋਂ ਰੋਕਦੇ ਨੇ। ਬਾਣੀ 'ਚ ਤਾਂ ਕਿਵੇਂ ਲਿਖਿਆ ਹੋਵੇ ਦਾਨ ਨਹੀਂ ਕਰਨਾ ਚਾਹੀਦਾ, ਪਰ ਉਹਨਾਂ ਦੀ ਜੇ ਰਮਝ ਸਮਝੋਗੇ ਤੇ ਅਰਥ ਉਹ ਹੀ ਨਿਕਲਦਾ ਹੈ, ਦਾਨ ਦੀ ਕੋਈ ਲੋੜ ਨਹੀਂ। ਹਾਂ, 10 12 15 ਜਾਂ 20 ਸ਼ਬਦ ਇਹੋ ਜਿਹੇ ਹਨ ਜਿਹੜੇ ਦਾਨ ਦੇਣ ਦੀ ਪ੍ਰੇਰਨਾ ਕਰਦੇ ਨੇ, ਪੈਸੇ ਟਕੇ ਦੀ ਨਹੀਂ, ਦਾਤਾਂ ਦੀ ਨਹੀਂ। ਕਾਹਦਾ ਦਾਨ? ਹੁਣ ਤੂੰ ਆਖੋ ਨਾਮਦਾਨ, ਨਹੀਂ, ਨਾਮ ਦਾ ਦਾਨ ਨਹੀਂ ਜੀ ਹੋ ਸਕਦਾ। ਨਾਮ ਦਾ ਤੇ ਦਾਨ ਉਹ ਪ੍ਰਮਾਤਮਾ ਆਪ ਕਰਦਾ, ਤੁਹਾਨੂੰ ਆਪਣੇ ਨਾਲ ਜੋੜ ਕੇ, ਤੁਹਾਡੇ ਅੰਦਰ ਆਪਣੀ ਸ਼ਰਧਾ ਪੈਦਾ ਕਰਕੇ ਉਹੀ ਨਾਮਦਾਨ ਹੈ। ਉਹ ਅਲੱਗ ਤੋਂ ਕਥਾ ਹੋਏਗੀ, ਮਾਲਕ ਕਰਾਏਗਾ ਸੱਚੇ ਪਾਤਸ਼ਾਹ। ਮੈਂ ਕਿਹਾ ਸੀ ਨਾ ਪਿਛਲੀ ਕਥਾ 'ਚ ਵੀ, ਜਿਹੜੀਆਂ ਪਿੱਛੇ ਮੈਂ ਕਥਾਵਾਂ ਕਰ ਦਿੱਤੀਆਂ ਨੇ ਜਾਂ ਕਰ ਚੁੱਕਾ ਵਾਂ, ਉਹਨਾਂ ਦੇ ਵਿੱਚੋਂ ਬੜੇ ਪ੍ਰਸ਼ਨ ਪੈਦਾ ਹੁੰਦੇ ਨੇ, ਔਰ ਮੈਂ ਨਾਲ ਦੀ ਨਾਲ ਜਵਾਬ ਦੇਣਾ ਸੀ, ਪਰ ਕੀ ਕਰੀਏ, ਹੁਣ ਖਲਾਰਾ ਹੀ ਇੰਨਾ ਖਿਲਰ ਗਿਆ ਹੈ। ਇੱਕ ਤਾਂ ਕੋਈ ਹੋਵੇ ਨਾ ਥਾਂ ਕੱਪੜਾ ਪਾਟਾ, ਉਹਨੂੰ ਰਫੂ ਕਰ ਲਈਦਾ, ਸੀ ਲਈਦਾ, ਉਹਨੂੰ ਸਿਉਂ ਲਈਦਾ ਹੈ, ਪਰ ਜੇ ਕੱਪੜਾ ਲੀਰੋ ਲੀਰ ਹੋਇਆ ਹੋਵੇ ਤੇ ਕੱਪੜੇ ਨੂੰ ਦੁਬਾਰਾ ਤਿਆਰ ਕਰਨ ਵਾਸਤੇ ਫਿਰ ਸੋਚੀਦਾ ਵੀ ਕਿਹੜੀ ਟਾਕੀ ਪਹਿਲਾਂ ਜੋੜੀਏ, ਕਿੱਥੋਂ ਇਹਨੂੰ ਸ਼ੁਰੂ ਕਰੀਏ ਤੇ ਕਿੱਥੋਂ ਨਾ ਸ਼ੁਰੂ ਕਰੀਏ। ਕਿਉਂ? ਮਸਲੇ ਹੀ ਇੰਨੇ ਨੇ। ਪ੍ਰਾਇਰਟੀ ਕਿਹੜੀ ਚੀਜ਼ ਨੂੰ ਪਹਿਲਾਂ ਦਈਏ, ਇਹ ਮੈਂ ਤਾਂ ਵਿਚਾਰੇ ਹੀ ਕਹਾਂਗਾ, ਹੁਣ ਵਿਚਾਰੇ ਗਿਆਨੀਆਂ ਨੇ ਵੀ ਕਮਲ ਪਿਆ ਹੈ। ਇਸ ਕਰਕੇ ਮੈਂ ਉਹਨਾਂ ਦਾ ਜਵਾਬ ਨਹੀਂ ਦੇ ਸਕਿਆ। ਬਈ ਦਾਨ, ਮੈਂ ਕਿਹਾ ਸੀ ਨਾ ਵੀ ਦਾਨ ਪਰਮਾਤਮਾ ਦਾ, ਅਕਾਲ ਪੁਰਖ ਦਾ ਦਾਨ ਨਹੀਂ ਹੋ ਸਕਦਾ। ਉਹ ਟੋਫੀ ਦਾਨ ਕਰ ਲੋਗੇ, ਰੁਪਈਆ ਦਾਨ ਕਰ ਲੋਗੇ, 10 ਰੁਪਈਏ ਨੇ ਦਾਨ ਕਰ ਲੋਗੇ, ਔਰ ਕਿੱਡੀ ਹੋਏ। ਅੱਛਾ, ਫਿਰ ਕੀ ਦਾਨ ਕਰਨਾ? ਪਰਮਾਤਮਾ ਨਾਲ ਜੁੜਨ ਦੀ ਪ੍ਰੇਰਨਾ, ਪਰਮਾਤਮਾ ਨਾਲ ਜੁੜਨ ਦੀ ਪ੍ਰੇਰਨਾ ਦਾ ਦਾਨ ਕਰਨਾ ਹੈ। 15-20 ਸ਼ਬਦ ਹੋਣੇ ਨੇ, ਐਵੇਂ ਹੀ ਮੋਹ ਮਮਤਾ ਦੇ ਪਰਥਾਏ 100 ਸ਼ਬਦ ਨੇ। ਪਿਛਲੀ ਵਾਰ ਗਿਣਤੀ ਮੈਨੂੰ ਚੇਤਾ ਸੀ, ਹੁਣ ਮਤਲਬ 100 ਕੋਈ ਨਹੀਂ ਸ਼ਾਇਦ। ਮੋਹ ਮਮਤਾ ਸਾਡੇ 'ਚ ਬਹੁਤ ਪ੍ਰਬਲ ਹੈ। ਇਹਨੂੰ ਘਟਾਉਣ ਦੇ ਵਾਸਤੇ ਦੇ ਸ਼ਬਦ ਹਨ, ਇੱਕ ਅੱਧੇ ਸ਼ਬਦ ਹੈ। ਇਸੇ ਤਰ੍ਹਾਂ ਹੀ ਕ੍ਰੋਧ ਤੇ ਹੰਕਾਰ ਪੈਦਾ ਕਰਨ ਲਈ ਕੋਈ ਸ਼ਬਦ ਨਹੀਂ, ਉਹਨਾਂ ਨੂੰ ਘਟਾਉਣ ਤੇ ਖਤਮ ਕਰਨ ਵਾਸਤੇ ਗੁਰਬਾਣੀ ਪ੍ਰੇਰਨਾ ਦਿੰਦੀ, ਇਹੀ ਜੀਵਨ ਜਾਚ ਹੈ। ਇਹਨਾਂ ਹੀ ਸ਼ਬਦਾਂ ਨਾਲ ਸ਼ਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।